ਮਾਈ ਸੈਲਫ ਮੋਨਿਕਾ। ਮੈਂ ਸਕੂਲ ਦੇ ਵਿੱਚ 13 ਅਗਸਤ 2018 ਤੋਂ ਜੁਆਇਨਿੰਗ ਕੀਤੀ ਸੀ ਐਜ਼ ਏ ਇੰਗਲਿਸ਼ ਟੀਚਰ। ਵੈਸੇ ਤਾਂ ਮੈਂ ਪਹਿਲਾਂ 21 ਸਾਲ ਹੋਰ ਸਕੂਲ 'ਚ ਵੀ ਕਿਸੇ 'ਚ ਪੜ੍ਹਾਇਆ, ਉੱਥੇ ਵੀ ਮਤਲਬ ਮੇਰਾ ਵਧੀਆ ਯੋਗਦਾਨ ਰਿਹਾ, ਪਰ ਮੈਨੇ ਇਸ ਸਕੂਲ ਬਾਰੇ ਬਹੁਤ ਕੁਝ ਸੁਣਿਆ ਹੋਇਆ ਸੀ। ਮੇਰੀਆਂ ਬੇਟੀਆਂ ਇਸੇ ਸਕੂਲ 'ਚ ਹੀ ਪੜ੍ਹ ਰਹੀਆਂ ਸੀ, ਜਦਕਿ ਮੈਂ ਪਹਿਲਾਂ ਕਿਸੇ ਹੋਰ ਸਕੂਲ 'ਚ ਪੜ੍ਹਾ ਰਹੀ ਸੀ। ਵੱਡੀ ਬੇਟੀ ਹੈ ਜੋ ਕਿ ਹੁਣ BSc B.Ed ਕਰ ਚੁੱਕੀ ਆ, MSc ਕਰ ਰਹੀ ਹੈ ਕੈਮਿਸਟਰੀ ਦੀ, ਉਹ ਇਸ ਸਕੂਲ ਦੀ ਬਦੌਲਤ ਹੀ ਆ। ਕਾਫੀ ਅੱਛਾ ਇੱਥੇ ਇਨਵਾਇਰਮੈਂਟ ਔਰ ਟੀਚਰਾਂ ਦੀ ਜਿਹੜੀ ਕੋਆਪਰੇਟਿੰਗ ਆ ਉਹ ਮੈਨੂੰ ਬਹੁਤ ਵਧੀਆ ਲੱਗਦੀ ਹੁੰਦੀ ਸੀ। ਜਦੋਂ ਵੀ ਮੈਂ PTM ਤੇ ਆਉਣਾ, ਮੈਨੂੰ ਇੱਥੋਂ ਦਾ ਐਟਮੋਸਫੀਅਰ ਦੇਖ ਕੇ ਜਾਂ ਮਾਹੌਲ ਦੇਖ ਕੇ ਮਤਲਬ ਟੀਚਰ ਦੀ ਜੋ ਵੀ ਹਰ ਗੱਲ ਸਬਜੈਕਟ ਪ੍ਰਤੀ ਵੀ ਨੌਲੇਜ, ਤਾਂ ਮੈਨੂੰ ਬਹੁਤ ਵਧੀਆ ਲੱਗਦਾ ਸੀ। ਫਿਰ ਮੈਨੂੰ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਉਂਦਾ ਹੁੰਦਾ ਸੀ ਵੀ ਮੈਂ ਵੀ ਇਸ ਸਕੂਲ ਦੇ ਵਿੱਚ ਹੀ ਜੁਆਇਨ ਕਰਾਂ। ਤਾਂ ਫਿਰ ਮੈਂ ਸਕੂਲ ਦੇ ਵਿੱਚ ਐਜ਼ ਏ ਇੰਗਲਿਸ਼ ਦੀ ਟੀਚਰ ज्वाइन किया। मैंने ये स्कूल 6 दिसंबर 2018 में ज्वाइन किया था। इस स्कूल में काफ़ी सारी क्वालिटीज़ हैं, इस स्कूल को दूसरे स्कूलों से अलग करती हैं। जैसे कि जहाँ पर हर एक चीज़ संस्कारों से बच्चों को विद्या सिखाई जाती है। बच्चा जहाँ पर प्रार्थना से लेकर छुट्टी टाइम वंदे मातरम तक हर एक चीज़ संस्कारों से करता है। ਤਾਂ ਇੱਥੇ ਕੁਝ ਕੁ ਗੱਲਾਂ ਮੈਨੂੰ ਬਹੁਤ ਹੀ ਜ਼ਿਆਦਾ ਵਧੀਆ ਲੱਗਦੀਆਂ ਨੇ। ਸਭ ਤੋਂ ਪਹਿਲਾਂ ਤਾਂ ਸਕੂਲ ਦੀ ਜਿਹੜੀ ਪ੍ਰੇਅਰ ਆ ਉਹ ਬਹੁਤ ਜ਼ਿਆਦਾ ਵਧੀਆ। ਉਹਦੇ ਵਿੱਚ ਸੰਸਕ੍ਰਿਤ ਬਾਰੇ ਤੇ ਆਪਾਂ ਨੂੰ ਕਾਫੀ ਕੁਝ ਗਿਆਨ ਵੀ ਮਿਲਦਾ। ਹਰ ਧਰਮ ਦੀ ਇੱਥੇ ਜਾਣਕਾਰੀ ਦਿੱਤੀ ਜਾਂਦੀ ਹੈ ਬੱਚਿਆਂ ਨੂੰ। ਇਸ ਤੋਂ ਇਲਾਵਾ ਇੱਥੇ ਜਿਹੜੀ ਬੱਚਿਆਂ ਦੇ ਵਿੱਚ ਆਪਸ 'ਚ ਮਿਲਵਰਤਨ ਦੀ ਭਾਵਨਾ ਹੈ ਉਹ ਬਹੁਤ ਜ਼ਿਆਦਾ ਹੈ। ਬੱਚਿਆਂ ਨੂੰ ਸਹਿਪੋਜ ਕਰਵਾਇਆ ਜਾਂਦਾ ਹੈ। ਉਹਦੇ ਵਿੱਚ ਬੱਚਿਆਂ ਨੂੰ ਇਹ ਬਿਲਕੁਲ ਨਹੀਂ ਹੁੰਦਾ ਵੀ ਅਸੀਂ ਇੱਕ ਦੂਸਰੇ ਨਾਲ ਸ਼ੇਅਰਿੰਗ ਨਹੀਂ ਕਰਨੀ। ਮੈਂ ਕਲਾਸ 'ਚ ਵੀ ਦੇਖਦੀ ਹਾਂ ਵੀ ਬੱਚੇ ਖਾਣਾ ਇੱਕ ਦੂਸਰੇ ਨਾਲ ਬਹੁਤ ਸ਼ੇਅਰ ਕਰਦੇ ਆ। ਮੈਨੂੰ ਬਹੁਤ ਵਧੀਆ ਲੱਗਦਾ ਵੀ ਇਹ ਗੱਲਾਂ। ਉਹ ਈਵਨ ਟੀਚਰ ਨੂੰ ਵੀ ਸ਼ੇਅਰ ਕਹਿੰਦੇ ਨੇ ਵੀ ਮੈਮ ਸਾਡੇ ਤੋਂ ਲੈ ਲਓ, ਪਰ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ। ਮੈਨੂੰ ਜੀਨੀਅਸ ਦੇ ਐਗਜ਼ਾਮ ਇੱਥੇ ਹੁੰਦੇ ਆ, ਉਹਦੇ ਤੋਂ ਕੀ ਪਤਾ ਲੱਗਦਾ ਕਿ ਬੱਚਾ ਆਲਰਾਊਂਡਰ ਬਣ ਸਕੇ। ਔਰ ਉਹ ਐਗਜ਼ਾਮ ਹੀ ਕਿਸੇ ਟੀਚਰ ਦੁਆਰਾ ਨਹੀਂ ਬਣਾਏ ਜਾਂਦੇ, ਉਹ ਸੁਸਾਇਟੀ ਦੁਆਰਾ ਹੀ ਆਉਂਦੇ ਨੇ। ਤਾਂ ਕਰਕੇ ਉਹਦੇ ਵਿੱਚ ਬੱਚੇ ਦਾ ਸਰਵਪੱਖੀ ਵਿਕਾਸ ਪੂਰਾ ਹੁੰਦਾ ਵੀ ਬੱਚੇ ਨੂੰ ਹਰ ਤਰ੍ਹਾਂ ਤਿਆਰੀ ਕਰਵਾਈ ਜਾਂਦੀ ਹੈ ਤਾਂ ਜੋ बच्चे आगे जाके ऑलराउंडर बन सकें। एक संस्था के अंडर आता है, पर्सनल स्कूल नहीं है किसी का। यहाँ पर सब कुछ स्टडी के सिलेबस से लेकर एग्ज़ाम्स तक सब चीज़ संस्था के अंडर एक सिस्टम के अकॉर्डिंग चलती है। जैसे कि सिलेबस है वो भी संस्था जो जलंधर में है वहाँ से विद्याधाम वहाँ से बनकर आता है। सभी स्कूलों में वो सेम होता है। उसमें कोई भी पर्सनली कोई भी स्कूल उस चीज़ को चेंज नहीं कर सकता। ऐसे ही एग्ज़ाम्स होते हैं, एग्ज़ाम्स के पैकेट टीचर को भी कुछ नहीं पता होता भी एग्ज़ाम में क्या है, क्या उसमें आएगा या क्या उसमें आया है। ऑन दी स्पॉट जब बच्चों को एग्ज़ाम पेपर बांटने होते हैं तब उनका पैकेट खुलता है। इस तरह जो भी चीज़ है जहाँ पर सब कुछ नीट एंड क्लीन है। कुछ भी चीज़ जो दिखावे के लिए या फिर पार्शलिटी बच्चों में, ऐसा कुछ भी टीचर नहीं कर सकती। ਸੰਸਕ੍ਰਿਤ ਇੱਕ ਇਹੋ ਜਿਹਾ ਸਬਜੈਕਟ ਹੈ ਜੋ ਕਿ ਸਿਰਫ ਵਿਦਿਆ ਭਾਰਤੀ ਸਕੂਲ ਵਿੱਚ ਹੀ ਪੜ੍ਹਾਇਆ ਜਾਂਦਾ ਹੈ, ਉਹ ਹੋਰ ਕਿਸੇ ਸਕੂਲ ਦੇ ਵਿੱਚ ਨਹੀਂ ਪੜ੍ਹਾਇਆ ਜਾਂਦਾ। ਇਹਦੇ ਨਾਲ ਕੀ ਹੈ, ਬੱਚਿਆਂ ਨੂੰ ਦੇਖੋ ਰਮਾਇਣ, ਗੀਤਾ, ਉਹ ਗ੍ਰੰਥਾਂ ਨੂੰ ਪੜ੍ਹਨ ਦੇ ਵਿੱਚ ਬਹੁਤ ਹੀ ਸਹਾਇਤਾ ਮਿਲਦੀ ਹੈ ਜੋ ਕਿ ਆਪਣੀ ਸੰਸਕ੍ਰਿਤੀ ਨਾਲ ਜੁੜੇ ਹੋਏ ਨੇ। ਜੇ ਸੰਸਕ੍ਰਿਤ ਪੜ੍ਹਾਈ ਜਾਂਦੀ ਹੈ ਤਾਂ ਹੀ ਬੱਚਿਆਂ ਨੂੰ ਆਉਂਦੀ ਆ, ਨਹੀਂ ਆਏਗੀ। ਇਸ ਤੋਂ ਬਿਨਾਂ ਜੋ ਇੱਥੇ ਫਾਈਨਲ ਐਗਜ਼ਾਮ ਹੁੰਦੇ ਆ, ਜੋ ਹੋਰ ਵੀ ਆ, ਉਹ ਵੀ ਐਗਜ਼ਾਮ ਕਿਸੇ ਟੀਚਰ ਦੁਆਰਾ ਜਾਂ ਇੱਕ ਪਰਸਨਲ ਵਿਅਕਤੀ ਦੁਆਰਾ ਤਿਆਰ ਨਹੀਂ ਕੀਤੇ ਜਾਂਦੇ, ਉਹ ਸੁਸਾਇਟੀ ਦੁਆਰਾ ਹੀ ਆਉਂਦੇ ਨੇ। ਇਸ ਨਾਲ ਟੀਚਰ ਦਾ ਇਹ ਮਤਲਬ ਟੀਚਰ ਦੀ ਡਿਊਟੀ ਬਣ ਜਾਂਦੀ ਆ ਵੀ ਉਹ ਹਰੇਕ ਸਟੂਡੈਂਟ ਨੂੰ ਫੁੱਲ ਸਿਲੇਬਸ ਕਰਾਵੇ। ਇਹ ਥੋੜ੍ਹਾ ਵੀ ਮਤਲਬ ਆਪਣੀ ਮਰਜ਼ੀ ਨਾਲ ਨਹੀਂ ਉਹਨਾਂ ਨੇ ਸਿਲੇਬਸ ਕਰਾਉਣਾ। ਜੋ ਸਿਲੇਬਸ ਬੋਰਡ ਵੱਲੋਂ ਜਾਂ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਉਹਨਾਂ ਨੂੰ ਫੁੱਲ ਸਿਲੇਬਸ करवाना पैंदा है। ये एक संस्था है जिसमें सब कुछ संस्कारों के हिसाब से चलती है। सुबह प्रेयर से लेकर छुट्टी के टाइम वंदे मातरम तक बच्चों को सब चीज़ संस्कारों से सिखाई जाती है। एक सब्जेक्ट है जहाँ पर संस्कृत का, जो कि किसी स्कूल में नहीं पढ़ाई जाती, सिर्फ इसी स्कूल में है। संस्कृत है जो हमारी हिंदुस्तान की प्राचीन भाषा है। सब भाषाओं की जननी संस्कृत को कहा जाता है। संस्कृत किसी भी बच्चे को मतलब जो दूसरे स्कूलों में पढ़ते हैं उनको नहीं आती, इस स्कूल में ही सिखाई जाती है। इस तरह भी बच्चे हैं जो अपने हिंदुस्तान, अपनी पद्धति के साथ जुड़े रहते हैं। ऐसे ही एक और बुक यहाँ पर लगी हुई है SGP, जिसको हम संस्कृत ज्ञान परीक्षा कहते हैं। उससे बच्चों की बहुत नॉलेज मतलब डेवलप होती है। बड़े बड़े जो टेस्ट होते हैं IAS वगैरह, उसमें भी उन बुक्स में से क्वेश्चंस आते हैं। बच्चा जहाँ से छोटी एज में पढ़कर जाता है और जब वो कोई टेस्ट में बैठता है तो इजीली इन क्वेश्चंस के आंसर दे पाता है।
ਹਰ ਧਰਮ ਨਾਲ ਕੋਈ ਵੀ ਐਕਟੀਵਿਟੀ ਹਰ ਬੱਚੇ ਨੂੰ ਕਰਵਾਈ ਜਾਂਦੀ ਆ ਤੇ ਇਸ ਦੇ ਵਿੱਚ ਬੱਚੇ ਵੀ ਬਹੁਤ ਇੰਟਰਸਟਿਡ ਹੁੰਦੇ ਨੇ। ਇਹਦੇ ਵਿੱਚ ਇਹ ਆ ਕਿ ਜਦੋਂ ਵੀ ਕਿਸੇ ਵੀ ਤਿਉਹਾਰ ਦੀ ਕੋਈ ਛੁੱਟੀ ਹੁੰਦੀ ਆ, ਛੁੱਟੀ ਕਰਨ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਬੱਚਿਆਂ ਨੂੰ ਉਸ ਚੀਜ਼ ਬਾਰੇ ਜ਼ਰੂਰ ਦੱਸਿਆ ਜਾਂਦਾ ਹੈ, ਤਾਂ ਜੋ ਬੱਚੇ ਘਰੇ ਜਾ ਕੇ ਵੀ ਇਹ ਗੱਲ ਦੱਸਦੇ ਨੇ ਵੀ ਸਾਨੂੰ ਇਸ ਚੀਜ਼ ਦੀ ਛੁੱਟੀ ਆ। ਆਮ ਮੋਸਟਲੀ ਮੈਨੇ ਸਕੂਲਾਂ 'ਚ ਦੇਖਿਆ ਕਿ ਬੱਚਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਪਤਾ ਨਹੀਂ ਹੁੰਦਾ ਵੀ ਛੁੱਟੀ ਕਿਸ ਚੀਜ਼ ਦੀ ਆ, ਪਰ ਸਾਡੇ ਸਕੂਲ ਦੇ ਵਿੱਦਿਆ ਮੰਦਿਰ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਹਰ ਗੱਲ ਦਾ ਇਸ ਬਾਰੇ ਬਹੁਤ ਜ਼ਿਆਦਾ ਪਤਾ ਹੁੰਦਾ ਕਿ ਇੱਥੋਂ ਦੇ ਜਿਹੜੇ ਸਾਡੇ ਪ੍ਰਿੰਸੀਪਲ ਨੇ ਮਿਸਿਸ ਮਧੂ ਮੈਮ, ਉਹ ਸਾਡੇ ਨਾਲ ਬਹੁਤ ਸਹਿਯੋਗੀ ਨੇ। ਮਤਲਬ ਉਹ ਸਾਡੀ ਹਰ ਪ੍ਰੋਬਲਮ ਨੂੰ ਬਹੁਤ ਧਿਆਨ ਨਾਲ ਸੁਣਦੇ ਨੇ। ਜੇਕਰ ਅਸੀਂ ਕੋਈ ਵੀ ਮਤਲਬ ਆਪਣੀ ਹੈਲਥ ਇਸ਼ੂ ਹੈ ਜਾਂ ਕੁਝ ਵੀ ਹੈ ਤਾਂ ਉਸ ਰਿਗਾਰਡਿੰਗ ਉਹਨਾਂ ਨੇ ਸਾਡਾ ਹਮੇਸ਼ਾ ਸਾਥ ਦਿੱਤਾ ਹੈ। ਵੀ ਇਸ ਤਰ੍ਹਾਂ ਨਹੀਂ ਹੈਗਾ ਵੀ ਐਜ਼ ਏ ਇੱਕ ਟੀਚਰ भी ਤੇ ਐਜ਼ ਇੱਕ मदर भी एज ए सिस्टर भी, वो हमेशा साडे नाल रहे ने। भी बच्चा घर से आता है वो एक कोरा कागज होता है, ऐसे ही टीचर्स भी ऐसे ही होते हैं। जब घर से आते हैं वो भी एक फ्रेश ही होते हैं, उनको कुछ नहीं आता। वो भी यहाँ से बहुत कुछ, मैंने तो यहाँ से बहुत कुछ सीखा है। ऐसे ही बच्चों में कोई ना कोई खूबी हर एक में होती है। उन बच्चों की खूबियों को ढूंढना और उनको इम्प्रूव करना, ये यहाँ पर स्पेशली ये काम होता है। जैसे बाल शिविर होता है, कभी वर्ग वाइज संकुल वाइज, वहाँ पर कितने स्कूलों के स्टूडेंट्स आते हैं, हर तरह के कंपटीशन होते हैं। कभी किसी का पेंटिंग का होता है, किसी का सिंगिंग का होता है, किसी का दोहे भी करवाए जाते हैं बच्चों को। दोहे का हो गया, मेहंदी का कंपटीशन हो गया। ये कंपटीशन बाल शिविर लगता है हर साल में, एक बार 3 दिन का होता है, जहाँ पर बच्चे रहते हैं, अपने पेरेंट्स के बिना रहना भी सीखते हैं और अपनी खूबियों को निखारना और वहाँ से पोजीशंस लेकर प्राइज लेकर भी आते। स्कूल में मतलब बच्चों में भी और टीचर्स को, बच्चों को भी एक मदर लाइक मतलब इन्वायरमेंट मिलता है। टीचर्स हैं वो सब बच्चों को बहुत प्यार से पढ़ाते हैं। सभी टीचर्स का भी आपस में एक फैमिली का रिलेशन है। किसी को भी कोई प्रॉब्लम होती है तो सब टीचर्स, इवन के प्रिंसिपल मैम भी बहुत कोऑपरेट करती हैं इस एक दूसरे के साथ। यहाँ पर एक बालिका शिक्षा का भी होता है। सभी लड़कियों को उनके खाना वगैरह, बच्चे सभी पेरेंट्स कहते हैं कि लड़कियां घर पे कोई काम नहीं करती पेरेंट्स के साथ, इसलिए वो चीज़ भी यहाँ पर लड़कियों को सिखाई जाती है। जैसे खाना बनाना या फिर कोई भी प्रॉब्लम है उसके बारे में गर्ल्स को सारा कुछ बताया जाता है। यहाँ पर नीडी स्टूडेंट्स की हेल्प भी होती है, जैसे कि बुक बैंक चल रहा है अभी। जो बच्चे पढ़ चुके हैं अपनी क्लास की बुक्स जहाँ डोनेट कर देते हैं, जो नीडी होते हैं जिनको कोई प्रॉब्लम है पेरेंट्स को, उन बच्चों की ऐसे ਹੈਲਪ ਕੀ ਜਾਂਦੀ ਤੇ ਇਸ ਲਈ ਮੈਨੂੰ ਇਹ ਸਕੂਲ ਦੇ ਵਿੱਚ ਆਉਣਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ। ਤੇ ਇਸ ਤੋਂ ਇਲਾਵਾ ਮੈਂ ਇਹ ਵੀ ਹਰੇਕ ਪੇਰੈਂਟਸ ਨੂੰ ਵੀ ਇਹੀ ਕਹਿੰਦੀ ਆ, ਤੁਸੀਂ ਜੋ ਆਪਣੇ ਬੱਚੇ ਦੇ ਵਿੱਚ ਕੁਆਲਿਟੀਆਂ ਚਾਹੁੰਦੇ ਹੋ ਵੀ ਸਾਡਾ ਬੱਚਾ ਪੂਰੀ ਤਰ੍ਹਾਂ ਪਰਫੈਕਟ ਬਣੇ, ਉਹ ਇਸ ਵਿੱਦਿਆ ਮੰਦਿਰ ਵਿੱਚ ਹੀ ਕੁਆਲਿਟੀਆਂ ਨੇ। ਪਲੀਜ਼ ਆਪਣੇ ਬੱਚੇ ਨੂੰ ਇਹ ਸਕੂਲ ਦੇ ਵਿੱਚ ਹੀ ਦਾਖਲ ਕਰਵਾਓ ਤਾਂ ਜੋ ਤੁਹਾਡਾ ਬੱਚਾ पूरा संस्कारी ते पूरा परफेक्ट बन सके। कुल मिलाकर अगर हम देखें तो इस स्कूल में बहुत सारी ऐसी क्वालिटीज़ हैं जो कि स्कूल को दूसरे स्कूलों से अलग करती हैं। इसलिए हम सभी को ये कहते हैं कि भी अगर अपने बच्चे का फ्यूचर अच्छा चाहते हो तो इस स्कूल में अपने बच्चों की एडमिशन्स कराओ। थैंक यू।